याद सानू देखते दिलां चोना भुला जाना खातिर वतन दिल लगे हाँ चढ़न फांसी ते सानू वेख के ना घबरा जाना ते सानू वेख के ना घबरा सरकार दे गोदामां विचों अनाज लुट के गरीबां विच वंडण लई लैके जा रहे सा ते अंग्रेज पुलिस साडा राह विच इंतजार कर रही सी। किसे गद्दार ने गद्दारी कीती ते अचानक होए हमले कारण साडे बहुत सारे साथी मारे गए ते बहुत सारे साथी फड़े गए ते जेलां विचों फट के भी ਹੁਣ ਸਾਡਾ ਮਾਰਗਦਰਸ਼ਕ ਕੌਣ ਬਣੂਗਾ? ਕੌਣ ਸਾਨੂੰ ਸ਼ਕਤੀ ਦੇਊਗਾ ਤੇ ਸਭਾ ਪੈਰ ਤੇ ਵਾਰ ਕਰਨ ਦੀ ਜਾਤ ਸਿਖਾਊਗਾ? ਭਾਬੀ ਆਗੂ ਮੇਰਾ ਇਹ ਜੰਗ ਕਿੱਦਾਂ ਜਾਰੀ ਰੱਖ ਸਕਾਂਗੇ? ਇਹ ਜੰਗ ਜਾਰੀ ਰਹੇਗੀ। ਫਟ ਕੇ ਤਾਂ ਮਾਰ ਹੀ ਨਹੀਂ ਸਕਦਾ, ਫਟ ਕੇ ਤਾਂ ਅੱਜ ਵੀ ਜਿਉਂਦਾ ਏ ਤੁਹਾਡੇ ਵਿੱਚ। ਰਾਮੋਸ਼ੀ ਕਬੀਲੇ ਦੇ ਬੱਚੇ ਦੇ ਦਿਲ ਵਿੱਚ ਫਟ ਕੇ ਜਿਉਂਦਾ ਏ। ਰਾਮੋਸ਼ੀ ਕਬੀਲੇ ਦਾ ਹਰ ਬੱਚਾ ਫਟ ਕੇ ਬਣੇਗਾ ਤੇ ਜ਼ਬਰ ਜ਼ੁਲਮ ਨਾਲ ਲੜਨ ਵਾਲਾ ਹਰ ਬਾਗੀ ਫਟ ਕੇ ਬਣੇਗਾ ਤੇ ਇਸ ਜੰਗ ਵਿੱਚ ਫਟ ਕੇ ਸਦਾ ਸਾਡੇ ਨਾਲ ਹੋਵੇਗਾ। ਇਹ ਜੰਗ ਜਾਰੀ ਰਹੇਗੀ, ਇਹ ਜੰਗ ਜਾਰੀ ਰਹੇਗੀ।
ਹੋਰ ਸੁਣਾਓ ਨੰਦ ਗੋਪਾਲ ਜੀ, ਤੁਸੀਂ ਕਿਹੜੇ ਪ੍ਰਾਂਤ ਤੋਂ ਆਏ ਹੋ ਤੇ ਕਿੰਨੇ ਸਮੇਂ ਲਈ ਆਏ ਹੋ ਇੱਥੇ ਕਾਲੇ ਪਾਣੀਆਂ ਵਿੱਚ? ਮੈਂ ਸਾਵਰਕਰ ਜੀ ਪੰਜਾਬ ਤੋਂ ਹਾਂ। ਮੈਂ ਇੱਕ ਮੈਗਜ਼ੀਨ ਸਵਰਾਜ ਦਾ ਐਡੀਟਰ ਹਾਂ। ਮੈਂ ਆਪਣੇ ਮੈਗਜ਼ੀਨ ਰਾਹੀਂ ਭਾਰਤੀ ਲੋਕਾਂ ਵਿੱਚ ਅੰਗਰੇਜ਼ ਹਕੂਮਤ ਦੇ ਖਿਲਾਫ ਚੇਤਨਾ ਦੀ ਲਹਿਰ ਖੜੀ ਕਰ ਰਿਹਾ ਸੀ ਤੇ ਇਹ ਗੱਲ ਅੰਗਰੇਜ਼ ਹਕੂਮਤ ਨੂੰ ਹਜਮ ਨਹੀਂ ਹੋਈ, ਇਸ ਲਈ 10 ਸਾਲ ਲਈ ਇੱਥੇ ਆਇਆ। ਤੇ ਤੁਸੀਂ? ਨੰਦ ਗੋਪਾਲ ਜੀ, ਮੈਂ ਵੀ 10 ਸਾਲ ਲਈ ਇੱਥੇ ਆਇਆ ਹਾਂ। ਮੇਰਾ ਨਾਮ ਹਿੰਦੂ ਭੂਸ਼ਣ ਹੈ। ਲਾਸਕਰ ਦੱਤ ਜੀ, ਤੁਸੀਂ ਕਿਵੇਂ ਆਏ ਹੋ? इंदु भूषण जी, मैं अलीपुर में अंग्रेजा खिलाफ बम धमाके करने का इतने आया 10 साल ते सावरकर जी तुसी ऐ दसो ए कोलू केडन दे काम तो कदे छुट्टी भी मिलती है या सवेर तो लगे शाम तक इतना बोलता वांगू लगे रहना पैंदा? नहीं उलास्कर दत्त जी, जेल के कायदे कानूना मुताबिक हर रोज 10 ਤੋਂ 12 ਵਜੇ ਤੱਕ ਖਾਣਾ ਖਾਣ ਤੇ ਨਹਾਉਣ ਧੋਣ ਦੀ ਛੁੱਟੀ ਹੁੰਦੀ ਆ, ਪਰ ਸਾਰੇ ਕੈਦੀ 15-20 ਮਿੰਟਾਂ ਵਿੱਚ ਹੀ ਆਪਣਾ ਕੰਮ ਮੁਕਾ ਕੇ ਵਾਪਸ ਇਸੇ ਕੰਮ ਤੇ ਆ ਜਾਂਦੇ ਨੇ। ਨਹੀਂ ਤਾਂ ਤੁਹਾਨੂੰ ਪਤਾ ਹੀ ਆ ਬਈ ਸ਼ਾਮ ਤੱਕ 30 ਪੌਂਡ ਤੇਲ ਪੂਰਾ ਨਹੀਂ ਹੋਣਾ ਤੇ ਇਹਦੀ ਸਜ਼ਾ ਉਹ ਵੀ ਤੁਹਾਨੂੰ ਪਤਾ ਹੈ, 30 ਪੈਂਤਾਂ ਘੱਟ ਖੁਰਾਕ ਤੇ ਜਿਹੜੀ ਬੇਇੱਜ਼ਤੀ ਕਰਦੇ ਨੇ ਉਹ ਵੱਖਰੀ। ਇਸ ਲਈ ਕੈਦੀ ਬੇਇੱਜ਼ਤੀ ਕਰਾਉਣ ਨਾਲ ਤਾਂ ਮੁਸ਼ੱਕਤ ਕਰਨਾ ਠੀਕ ਸਮਝਦੇ ਨੇ। ਨਾਲੇ ਹੁਣ ਹੋਰ ਕੋਈ ਚਾਰਾ ਵੀ ਨਹੀਂ, ਕੁਝ ਕੀਤਾ ਵੀ ਨਹੀਂ ਜਾ ਸਕਦਾ। ਸਾਵਰਕਰ ਜੀ, ਇਹ ਤਾਂ ਧੱਕਾ ਜ਼ੁਲਮ ਹੈ। ਹਾਂ ਨੰਦ ਗੋਪਾਲ ਜੀ, ਧੱਕਾ ਤਾਂ ਹੈ, ਪਰ ਕੌਣ ਪਰਵਾਹ ਕਰਦਾ? ਇਹ ਜ਼ੁਲਮ ਤਾਂ ਹੁਣ ਬਰਦਾਸ਼ਤ ਕਰਨਾ ਹੀ ਪੈਣਾ। ਮੈਂ ਜ਼ੁਲਮ ਬਰਦਾਸ਼ਤ ਨਹੀਂ ਕਰਾਂਗਾ। ਮੈਂ ਅੱਜ 12 ਵਜੇ ਤੱਕ ਕੰਮ ਤੇ ਵਾਪਸ ਨਹੀਂ ਆਵਾਂਗਾ। ਜ਼ੁਲਮ ਦੇ ਖਿਲਾਫ ਡਟਣ ਦੇ ਨਾਰੇ ਤਾਂ ਲੱਭਣੇ ਹੀ ਪੈਂਦੇ ਆ ਸਾਵਰਕਰ ਜੀ, ਨਹੀਂ ਇਹ ਜ਼ੁਲਮ ਥੰਮਦੇ ਨਹੀਂ, ਵੱਧਦੇ ਹੀ ਜਾਂਦੇ ਨੇ। ਜ਼ੁਲਮ ਦੀ ਤਲਵਾਰ ਦਾ ਹੱਥ ਕਿਸੇ ਨੂੰ ਤਾਂ ਫੜਨਾ ਪੈਣਾ। ਜੇਲਰ ਵੈਰੀ ਆ ਰਿਹਾ, ਬੜਾ ਕਰਖਤ ਬੰਦਾ, ਕੰਦਰੀਆਂ ਦੀ ਦੇਸ਼ ਭਗਤਾਂ ਦੀ ਬੇਇੱਜ਼ਤੀ ਕਰਨਾ ਪੈਂਦਾ। ਸ਼ੁਕਰ ਹੈ ਕੈਦੀ ਦੀ ਬੈਂਤਾਂ ਨਾਲ ਉਤਰਦੀ ਕਹਾਣੀ ਵੇਖ ਕੇ ਬਹੁਤ ਖੁਸ਼ ਹੁੰਦਾ। ਛੇਤੀ ਛੇਤੀ ਕੰਮ ਕਰੋ। ਇਹਦੀ ਉਹ ਸ਼ੁਗਲ ਕਰਨ ਦੀ ਆਦਤ ਤਾਂ ਬੰਦ ਕਰਾਉਣੀ ਪੈਣੀ ਆ। ਓਏ ਚਲੋ ਚਲੋ ਜਲਦੀ ਕਰੋ। ਕੰਮ ਕਿਉਂ ਬੰਦ ਕੀਤਾ ਹੈ? ਅਰੇ ਚੰਡੀਗੜ੍ਹ ਓਏ ਤੈਨੂੰ ਏਦਾਂ ਲੱਗਦਾ ਤੂੰ ਇਹ ਪਖੰਡ ਕਰਕੇ ਕੋਲੂ ਗੜਨ ਤੋਂ ਪਹੁੰਚਾਵੇਂਗਾ? ਉੱਠ ਉੱਠ ਹਰਾਮੀ ਦੀ ਔਲਾਦ, ਉੱਠ ਕੇ ਕੋਲੂ ਗੜਨਾ ਸ਼ੁਰੂ ਕਰ, ਨਹੀਂ ਤਾਂ ਚਮੜੀ ਉਤਾਰ ਦੇਵਾਂਗਾ ਇੰਡੀਅਨ ਕੁੱਤੇ ਦੀ। मैं और सहन नहीं कर सकता बेइज्जती भरी जिंदगी। 10 साल पैर पैर ते बेइज्जत होना तो मौत चंगी है। हिंदू भूषण तू मेरे वल वेख, जिन्हें हाले तक 50 साल एहो जीवन जिउना है ते तू सिर्फ 10 साल ਲਈ घबरा गया। मेरे वीर, सानू अपने देश ਲਈ अपनी जान ਤੇ ਸਮਾਉਣ ਤੇ ਆਤਮ ਸਨਮਾਨ ਦਾ ਵੀ ਬਲੀਦਾਨ ਦੇਣਾ ਪਵੇਗਾ। ਤੈਨੂੰ ਦੇਸ਼ ਪ੍ਰਤੀ ਆਪਣਾ ਫਰਜ਼ ਕਿਸੇ ਵੀ ਕੀਮਤ ਤੇ ਪੂਰਾ ਕਰਨਾ ਚਾਹੀਦਾ। ਤੂੰ ਜਵਾਨ ਹੈ, ਤੇਰੇ ਵਿੱਚ ਜਿਉਂਦੇ ਰਹਿਣ ਦੀਆਂ ਸੰਭਾਵਨਾਵਾਂ ਵੱਧ ਨੇ, ਮੇਰੇ ਨਾਲੋਂ ਕਿਤੇ ਵੱਧ। ਇਸ ਲਈ ਖੁਸ਼ ਹੋ ਪੂਰਾ, ਬਰਦਾਸ਼ਤ ਕਰਨਾ ਸਿੱਖ ਲੈ ਮੇਰੇ ਵੀਰ, ਤਾਂ ਜੋ ਬਾਹਰ ਜਾ ਕੇ ਦੇਸ਼ ਦੀ ਸੇਵਾ ਕਰ ਸਕੇ ਤੇ ਆਜ਼ਾਦ ਭਾਰਤ ਵਿੱਚ ਆਜ਼ਾਦ ਜੀਵਨ ਜਿਉਂ ਸਕੇ। ਚੱਲ ਹਿੰਮਤ ਨਾ ਹਾਰ ਮੇਰਾ ਵੀਰ, ਗੇੜ ਕੋਲੂ ਚੱਲ, ਸ਼ਾਬਾਸ਼, ਛੇਤੀ ਛੇਤੀ ਗੇੜ ਕੋਲੂ। नहीं की सावरकर, मैं ये कोलू 10 साल और नहीं गेड़ सकता। इस
कदम है चौक के ले जाओ और देसू चक में यानू चलो जल्दी जल्दी काम करो अपना अपना जनाब सुलास्कर दत्त ਨੂੰ ਵੀ 2-3 ਦਿਨਾਂ ਤੋਂ ਸਖਤ ਬੁਖਾਰ ਹੈ ਸਰ ਜੇਕਰ ਇਹਨੂੰ ਕੋਲੂ ਗਣ ਤੋਂ ਛੁੱਟੀ ਦੇ ਦਿਓ ਤਾਂ ਚੰਗਾ ਹੈ ਕੋਈ ਹੋਰ ਨਾ ਜਨਾਬ ਕਿਤੇ ਤੰਗ ਆ ਕੇ ਵੀ ਮਾਰੀ ਜਾਵੇ ਓਏ ਖਾਨ ਇਹ ਤਾਂ ਸਾਲੇ ਪਖੰਡੀ ਆ ਪਖੰਡੀ ਕੰਮ ਤੋਂ ਬਚਣ ਮਾਰੇ ਸਾਲੇ ਪਖੰਡ ਕਰਦੇ ਆ ਓਏ ਜੇਕਰ ਅਸੀਂ ਇਹਨਾਂ ਨੂੰ ਛੋਟੀ ਛੋਟੀ ਗੱਲ ਤੇ ਛੁੱਟੀ ਦਿੰਦੇ ਰਹੇ ਨਾ फिर तो साडा तेल वाला कारखाना बंद हो जू समझ नाले वेट तू भी ना पता सोचा कर उन टाइम हो गया जा खाने की कड्डी मार दे अरे बोता है उन सिर ना चढ़ा कर ओ देसू कड्डी मार दे चलो जल्दी जल्दी सीधे लाइन में खड़े हो जाओ बैठेंगे बैठ जाओ खाना खाएंगे खाना खाओ ओए सालो और दाल तो जल्दी बना दिया करो तब तक पानी या लून मिर्चा पा के दे जाते हो ओए चुप कर मारू साले दे रगड़ा चुप करके खाला सालिया ना नाले तू भूआ दे बैठा है ओए कंडम टाइम हो गया उन काम ते भेज दे इन्हां नूं अच्छा हो गया टाइम आ गया 20-25 मिनट हो गए ने खड़े हो जाओ सीधे एक लाइन में जाओ प्लेटा रखेंगे प्लेटा रख ओ क्यों भी नंद गोपाल तू नहीं जाना काम ते चल उठ तुर जा बारी साहब देण तो पहला पहला समझ गया उठ खड़ो की खाण दो मेनू चंगी तरह स्वाद नाल मैं भोगिया गल्लां ना मारी जा ओए तानू सानू भी मरवाउणा तैं ओ बैरी साहब आउण वाले ने ओए उन्हां ने सानू भी गालां कढणीਆਂ चल उठ तुर जा साहब देण तो पहला पहला ओए ओ तू हजे खाने खा रहा है ओए काम ते तेरा प्यो जाऊगा तू वक्त बर्बाद कर रहा है चलो काम पे चला जा मैनू बदमाशी करनी आती है चलो उठ काम पे चला जा मैं अपना काम ही कर रहा मिस्टर बैरी रोटी चबा चबा के खा रहा ते चबा के खाना खाण नाल हाजमा ठीक रहता यू बास्टर्ड 10 तो 12 बजे तक रेस्ट का टाइम होता मिस्टर बैरी कि जेल के कायदे मुताबिक मारे गलत हुक्म देके कानून तोड़ने की कोशिश ना करो ते नाले मैं हले रोटी खा रहा अखीरली बार कह रहा हां जेकर टिकटकी तो बचना चाहता है तो लौट काम पे चला जा नहीं तो नंद गोपाल तेरा भी हिंदू भूषण वर्गा हाल होगा जा यार मैं भी ना रुकी जा हले 11 बजे ने
ਮੈਨੂੰ ਆਰਾਮ ਕਰਨ ਦੇ ਜਰਾ ਤੇ ਨਾਲ ਮਿਸਟਰ ਬੈਰੀ ਰੋਟੀ ਖਾਣ ਤੋਂ ਬਾਅਦ ਮੈਨੂੰ ਸੌਣ ਦੀ ਆਦਤ ਹੈ ਜੇ ਖਾਣ ਲਈ ਹਜਮ ਕਰਨ ਲਈ ਇਹ ਜ਼ਰੂਰੀ ਵੀ ਆ ਕਿਉਂ ਮਿਸਟਰ ਬੈਰੀ ਠੀਕ ਹੈ ਨਾ ਮੇਰੀ ਗੱਲ ਜੇਕਰ ਸ਼ਾਮ ਤੱਕ ਤੀ ਪੋਰਟ ਤੇਲ ਨਾ ਨਿਕਲਿਆ ਫੇਰ ਵੇਖੀ ਤੇਰਾ ਕੀ ਹਾਲ ਕਰਦਾ ਮੈਂ ਖਾਣਾ ਵੀ ਤੇਰਾ ਚੰਗਾ ਹਜਮ ਕਰਾਉਂ ਨਾਲੇ ਜ਼ਿੰਦਗੀ ਭਰ ਤੇਰੀ ਸਿਹਤ ਵੀ ਠੀਕ ਰਹੂਗੀ ਉਹ ਮੈਂ ਕੋਈ ਬੋਲਦ ਨਹੀਂ ਆ ਮਿਸਟਰ ਬੈਰੀ ਮਨੁੱਖ ਤੇ ਮਨੁੱਖ ਦੀ ਮੁਸ਼ਕਲ ਕਰੂੰਗਾ ਇਹ ਦੋ ਵੱਧ ਨਹੀਂ ਹਾਂ ਲਾਣੀ ਯਾਰ ਤੇਰੀ ਭੈਣ ਦੇ ਤੇਰੇ ਮਿਸਟਰ ਬੈਰੀ ਇੰਨੀ ਵੀ ਕੀ ਜਲਦੀ ਆ ਮੈਂ ਕੋਈ ਇੱਥੇ ਇੱਕ ਦਿਨ ਲਈ ਤੇ ਆਇਆ ਨਹੀਂ ਪੂਰੇ 10 ਸਾਲ ਤੁਹਾਡੇ ਨਾਲ ਹੀ ਰਹਿਣਾ ਜਿੰਨੇ ਮਰਜ਼ੀ ਚਾਹ ਲਾ ਲਵੀਂ ਓਏ ਖਾਨ ਚਿੱਟੀ ਰਾਮ ਪਾਦਲ ਸਾਲੇ ਨੂੰ ਡੰਡਾ ਬੜੀ ਠੋਕਾ ਨੂੰ ਇੱਕ ਟੱਕੀ ਦੇ ਚੁੜਾ ਜਰਾ ਮੈਂ ਨਹੀਂ ਮਰਦੇ ਨਾ ਸਾਲੇ ਦੀ भाई साहब आप क्यों बुलाया हमारे सामने हुणे कोई गल नहीं तेनू तो मैं देख लवांगा जब मर्जी मिस्टर बैरी मैं इंतजार करूंगा पर जे देखना होया ना तो पहला मेरे भी हाथ खोल देवी फिर तू और कुछ वेखेगा जो पहला कभी वेख्या नहीं होना बाकियां दे हाथ सारी करामात है कौम नू उठाना एक छोटी बात है बाकियां दे हाथ सारी करामात है कौम नू उठाना एक छोटी बात है गदरी दे तेरी नू तू नहीं हो जानदा हाथ विच तेरे ऐवे लाल छाणदा हाथ विच तेरे ऐवे लाल छाणदा देख के चलत तूने तलवार दी सुध बुध भूल जाओ सरकार दी देख के चलत तूने तलवार दी सुध बुध भूल जाओ सरकार दी जालिम हमेशा ही दबाउंदे आए ने मजलूम जालिमां नूं खांदे आए ने मजलूम जालिमां नूं खांदे आए ने ओ वीर सावरकर उठो हजे ता दिन अद्धा भी नहीं लंघिया अजे तो 30 पौंड तेल कढना ओए उठ के कोडू गेड़ना शुरू कर दे नहीं तो अज तेरी खैर नहीं खड़ा होना खान साहब खड़ा होना पहला मैनू 2 घुट पानी ता पिया दियो मेरी जवान सुख के तालू नाल लगी पई आ ओए और पानी नहीं मिल सकता तेनू नाले तू अज दे कोटे दे 2 मग पानी डफदा लिया एक कैदी नू 2 मग पानी ही मिलना मुशक्कत नाल समझ गया और नाले होर पानी कित्थों लियावां तेरे पिओ कोलों चल उठ के कोलू गेड़ना शुरू कर दे नहीं तो मेरे तो बुरा कोई नहीं होना पखंडी जे तू अपने साहब को कह के मेरा स्नेहा इस सरकार तक पहुंचा दे तो मैं तेरा एहसान जिंदगी भर मनांगा जेकर सरकार मैनू अपनी बहुपक्षी उदारता ते रहमदिली दी भावना नाल रिहा कर देती है तो मैं रहिंदी जिंदगी भर विधानक ढंग नाल तरक्की ते बरतानवी सरकार प्रति वफादारी दा सब तो तकड़ा मदई होवांगा मैं सरकार दी हर शर्त मनण लई तैयार हां नाले जेकर सरकार मैनू रिहा कर देती है तो सारे लोग बरतानवी सरकार प्रति शुक्राने वजों जयकारे छड्डणगे ओए सावरकर ओए तू तो इस जेल विच बाकी सारे कैदियों नूं बड़े हौसले दिया करदा सी इंदू भूषण वर्गिया नूं हुण आप दी वारी क्यों लेल कड़ियां कढण लग पिया मिस्टर मैरी मैं पढ़ना नहीं चाहना तेदान बिंदु भूषण वर्गा है तो फिर माफी क्यों ना मंग ली जावे मिस्टर मैरी मैं मरना नहीं चाहना मिस्टर मैरी
मैं मरना नहीं चाहता, मेरी गल सरकार तक पहुंचा दो। मैं सरकार की हर शर्त मनने लिए तैयार हूं मिस्टर वेरी, पर मैं और कुल नहीं खेल सकता, कुल नहीं खेल सकता। वेरी गुड, वेरी गुड। एक गल होर मिस्टर वेरी, मेरे वालों विधान अनुसार राह दे चलण दा फैसला भारत ਅਤੇ ਵਿਦੇਸ਼ਾਂ ਵਿੱਚ ਵਸਦੇ ਉਹਨਾਂ ਸਾਰੇ ਨੌਜਵਾਨਾਂ ਨੂੰ ਇਸੇ ਰਾਹ ਤੇ ਲਿਆਏਗਾ ਜਿਹੜਾ ਮੈਨੂੰ ਆਪਣਾ ਰਹਿਨੁਮਾ ਮੰਨਦੇ ਨੇ। ਨਾਲੇ ਮਿਸਟਰ ਵੈਰੀ, ਸਰਕਾਰ ਮੈਨੂੰ ਜੇਲ੍ਹ ਵਿੱਚ ਬੰਦ ਕਰਕੇ ਉਹ ਕੁਝ ਨਹੀਂ ਪ੍ਰਾਪਤ ਕਰ ਸਕਦੀ ਜਿਹੜੀ ਮੈਨੂੰ ਜੇਲ੍ਹ ਤੋਂ ਬਾਹਰ ਰੱਖ ਕੇ ਪ੍ਰਾਪਤ ਕਰ ਸਕਦੀ ਹੈ। ਮਿਸਟਰ ਵੈਰੀ, मैं सचमुच और मुशक्कत नहीं कर सकता, मैं कुल नहीं कह सकता। मेरी माफी की शर्त पहुंचा दियो, तुसी सरदारकार तक मेरी गल पहुंचा दियो, मैं तुम्हारा एहसान जिंदगी भर मनागा। मिस्टर वेरी, मैं और नहीं कह सकता कुल। ठीक है मिस्टर सावरकर, मैं तेरी अपील मेजर मरे तक पहुंचा देगा, पर जिन्नी देर तक सरकार की तरफों तेरी अपील का जवाब नहीं आ जाता, मैं तेरी मुशक्कत माफ नहीं करांगा। जेकर शाम तक ती पोड़ दे नहीं निकलिया तो बुरा हाल कर देगा। कहते मंगिया मिलनी आजादियां ना, ते हुंदे तरलियां नाल नाराज लोको, नाल तरलियां वैरी कदे मित ना होवे। नक रगड़िए पावे हजार लोको, नक रगड़िए पावे हजार लोको। लो भाई सुन लो नवी खबर लिखिया भई अंडेमान दे पोर्ट ब्लेयर हवाई अड्डे का नाम वीर सावरकर दे नाम से रख दिता अपने देश दे गृह मंत्री ने। ओ यार ये वीर विनायक दामोदर सावरकर है कौन सी जिहदे नाम ते हवाई अड्डे का नाम रखता? ओए विनायक दामोदर सावरकर ਉਹੀ ਤਾਂ ਹੈ ਜਿਸ ਉੱਪਰ ਨਾਸਿਕ ਵਿੱਚ ਇੱਕ ਅੰਗਰੇਜ਼ ਅਫਸਰ ਨੂੰ ਕਤਲ ਕਰਨ ਦਾ ਮੁਕੱਦਮਾ ਚੱਲਿਆ ਸੀ ਤੇ ਉਸ ਨੂੰ ਉਮਰ ਕੈਦ ਹੋਈ ਸੀ। ਉਮਰ ਕੈਦ ਕੱਟਣ ਲਈ ਉਸ ਨੂੰ ਅੰਡੇਮਾਨ ਕਾਲੇ ਪਾਣੀ ਭੇਜਿਆ ਗਿਆ ਸੀ। ਅੱਛਾ ਬਈ ਫੇਰ ਤਾਂ ਚੰਗਾ ਹੀ ਦੇਸ਼ ਭਗਤ ਹੋਣਾ ਕੋਈ। ਨਾਲੇ ਉਹ ਵੀ ਇਹੋ ਜਿਹੇ ਦੇਸ਼ ਭਗਤਾਂ ਦੇ ਨਾਂ ਵੀ ਰੱਖਣੇ ਚਾਹੀਦੇ ਨੇ ਹਵਾਈ ਅੱਡਿਆਂ ਦੇ ਨਾਂ। ਕਿਉਂ ਬਾਬਾ ਠੀਕ ਆ ਨਾ ਗੱਲ? हाँ पुत्रो ठीक तो है, पर बदकिस्मती की गल यह है कि काले पानियां विच कैद होने तो बाद ਅਤੇ ਜੇਲ੍ਹ ਦੀਆਂ ਤੰਗੀਆਂ ਨਾ ਸਾਰ ਸਕਣ ਕਰਕੇ ਸਾਵਰਕਰ ਨੇ ਜਿਹੜਾ ਲਿਲਕੜੀਆਂ ਭਰਿਆ ਮਾਫੀਨਾਮਾ ਸਮੇਂ ਦੀ ਅੰਗਰੇਜ਼ ਸਰਕਾਰ ਤੋਂ ਮੰਗਿਆ ਅਤੇ ਵਫਾਦਾਰੀ ਦਾ ਜੋ ਵਿਸ਼ਵਾਸ ਉਸਨੇ ਦਿਵਾਇਆ, ਅਜਿਹਾ ਵਿਸ਼ਵਾਸ ਕੋਈ ਦੇਸ਼ ਭਗਤ ਨਹੀਂ ਦਿਵਾ ਸਕਦਾ ਪੁੱਤਰੋ। ਅਜਿਹਾ ਵਿਸ਼ਵਾਸ ਕੋਈ ਆਜ਼ਾਦੀ ਦੀ ਲਹਿਰ ਦਾ ਪਗੌੜਾ ਹੀ ਦਵਾ ਸਕਦਾ ਹੈ। ਉਹ ਬੱਲੇ ਬਾਬਾ ਬਈ ਕਹਾਣੀ ਜਮੇ ਸਿਰੇ ਲਾਦੀ। ਹੁਣ ਜਰਾ ਉਹਨਾਂ ਦੇਸ਼ ਭਗਤਾਂ ਉਹ ਗਦਰੀ ਬਾਬਿਆਂ ਬਾਰੇ ਵੀ ਦੱਸ ਵੀ ਜਿਨ੍ਹਾਂ ਆਜ਼ਾਦੀ ਦੀ ਖਾਤਰ ਜੇਲਾਂ ਕੱਟੀਆਂ, ਉਹ ਜਾਇਦਾਦਾਂ ਕੁਰਕ ਕਰਾਈਆਂ ਪਰ ਡੋਲੇ ਵੀ ਸੂਰ ਨੇ। ਆ ਬਾਬਾ ਇਹ ਦੱਸ ਕਿ ਅੰਗਰੇਜ਼ਾਂ ਨੇ ਸਾਵਰਕਰ ਦਾ ਮਾਫੀਨਾਮਾ ਫਿਰ ਮੰਨ ਲਿਆ ਸੀ? नहीं पुत्रो, अंग्रेजा ने सावरकर का माफीनामा ना मनिया ਅਤੇ ਕੁਝ ਦੇਰ ਬਾਅਦ ਉਸਨੇ ਜੇਲ੍ਹ ਵਿੱਚੋਂ ਰਿਹਾ ਹੋਣ ਤੇ ਆਜ਼ਾਦੀ ਦੀ ਲਹਿਰ ਨਾਲ ਕੋਈ ਵਾਸਤਾ ਨਹੀਂ ਰੱਖਿਆ, ਸਗੋਂ ਉਸਨੇ ਤਾਂ ਫੇਰ ਬਾਬਾ
ਇਹੋ ਜਿਹੇ ਬੰਦੇ ਦੇ ਨਾਂ ਤੇ ਕਿਵੇਂ ਰੱਖਤਾ ਹਵਾਈ ਅੱਡੇ ਦਾ ਨਾਮ? ਉਹ ਦੇਸ਼ ਦੇ ਗ੍ਰਹਿ ਮੰਤਰੀ ਨੇ। ਉਹ ਸੁਣ ਲਓ ਪਹਿਲਾ ਪੁੱਤਰੋ, ਸਗੋਂ ਉਸਨੇ ਤਾਂ ਆਜ਼ਾਦੀ ਦੀ ਲਹਿਰ ਦੇ ਤਕਾਜ਼ਿਆਂ ਦੇ ਐਨ ਹਿੰਦੂ ਮਹਾਸਭਾ ਦੀ ਬੁਨਿਆਦ ਰੱਖੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਸਾਵਰਕਰ ਨੇ ਹਿੰਦੂ ਮਹਾਸਭਾ ਰਾਹੀਂ ਬਰਤਾਨੀਆ ਸਰਕਾਰ ਨੂੰ ਹਮਾਇਤ ਦੀ ਪੇਸ਼ਕਸ਼ ਕੀਤੀ, ਜਿਸ ਦੇ ਕਾ ਸਬੂਤ ਦੀ ਟ੍ਰਾਂਸਫਰ ਆਫ ਪਾਵਰ ਦੀ ਛਪੇ ਬਰਤਾਨੀਆ ਸਰਕਾਰ ਦੇ ਦਸਤਾਵੇਜ਼ਾਂ ਵਿੱਚ ਅੱਜ ਵੀ ਮੌਜੂਦ ਹਨ। ਬਾਬਾ ਫੇਰ ਤਾਂ ਲੋੜਾ ਹੀ ਆ ਗਿਆ। ਨਹੀਂ ਪੁੱਤਰੋ, ਲੋੜਾ ਤਾਂ ਇਹ ਹੈ ਕਿ ਹੁਣ ਉਸਦੇ ਖੋਜ ਹਿੰਦੂ ਦੀ ਵਿਚਾਰਧਾਰਾ ਦੀ ਪੈਰਵਾਈ ਕਰਦੇ ਉਸਦੇ ਪੈਰੋਕਾਰ ਆਪਣੇ ਹੀ ਦੇਸ਼ ਅੰਦਰ ਰਹਿੰਦੇ ਮੁਸਲਮਾਨਾਂ ਨੂੰ ਆਪਣੇ ਦੇਸ਼ ਦੇ ਅੰਦਰੂਨੀ ਦੁਸ਼ਮਣ ਕਹਿ ਰਹੇ ਹਨ। ਉਹ ਭੁੱਲ ਗਏ ਹਨ ਕਿ ਦੇਸ਼ ਭਗਤਾਂ ਨੇ ਸਾਂਝੀਵਾਲਤਾ, ਭਾਈਚਾਰੇ ਅਤੇ ਧਰਮਾਂ ਰੰਗਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਆਜ਼ਾਦੀ ਦੀ ਲੜਾਈ ਲੜੀ ਸੀ। ਉਹ ਬਾਬਾ ਫੇਰ ਤਾਂ ਸਰਕਾਰ ਨੇ ਉਹਨਾਂ ਆਜ਼ਾਦੀ ਸੰਗਰਾਮੀਆਂ ਤੇ ਗਦਰੀ ਬਾਬਿਆਂ ਦੀ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਨਾਲ ਇਨਸਾਫ ਨਹੀਂ ਜੇ ਕੀਤਾ। ਬਾਬਾ ਉਹਨਾਂ ਗਦਰੀ ਬਾਬਿਆਂ ਬਾਰੇ ਦੱਸ ਜਰਾ, ਜਿਨ੍ਹਾਂ ਨੇ ਆਪਣੇ ਜੀਵਨ ਦੀ ਪਰਵਾਹ ਨਹੀਂ ਕੀਤੀ ਤੇ ਕਾਲੇ ਪਾਣੀਆਂ 'ਚ ਕਾਲ ਕੋਠੜੀਆਂ 'ਚ ਸ਼ੇਰਾਂ ਵਾਂਗ ਲੜਦੇ ਰਹੇ। ਉਹ ਸੁਣਨਾ ਚਾਹੋਗੇ ਪੁੱਤਰੋ ਤਾਂ ਸੁਣੋ ਫੇਰ। ਮੈਂ ਸੋਹਣ ਸਿੰਘ ਭਕਨਾ, ਮੈਨੂੰ ਤੇ ਮੇਰੇ ਸਾਥੀਆਂ ਨੂੰ ਹਿੰਦੁਸਤਾਨ ਦੇ ਵਿੱਚ ਗਦਰ ਪਾਰਟੀ ਨਾਲ ਮਿਲ ਕੇ ਅੰਗਰੇਜ਼ਾਂ ਖਿਲਾਫ ਗਦਰ ਕਰਨ ਬਦਲੇ ਮਹਾਰਾਜਾ ਜਹਾਜ਼ ਰਾਹੀਂ ਸੈਲੂਲਰ ਜੇਲ੍ਹ ਭੇਜਿਆ ਗਿਆ। ਸੈਲੂਲਰ ਜੇਲ੍ਹ ਅੰਡੇਮਾਨ ਪੋਰਟ ਬਲੇਅਰ ਕਾਲੇ ਪਾਣੀਆਂ ਦੀ ਧਰਤੀ। ਕਾਲੇ ਪਾਣੀ ਇਸ ਕਰਕੇ ਕਿਉਂਕਿ ਇੱਥੇ ਪਹੁੰਚੇ ਕੈਦੀਆਂ ਦੇ ਜੀਵਨ ਬਾਰੇ ਡੂੰਘਾ ਹਨੇਰਾ ਹੁੰਦਾ। ਕੋਈ ਖਤ ਖਬਰ ਨਹੀਂ, ਕੋਈ ਸੁੱਖ ਸਾਂਦ ਨਹੀਂ, ਬਸ ਇੱਕ ਖਲਾ, ਇੱਕ ਚੁੱਪ, ਮੌਤ ਵਰਗੀ ਦਹਿਸ਼ਤ ਭਰੀ ਚੁੱਪ। ਜੇਲ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮਲਾਇਆ ਤੇ ਸੁਮਤਰਾ ਕੌਮਾਂ ਦੇ ਆਦੀਵਾਸੀ ਮੂਲ ਰੂਪ ਵਿੱਚ ਮਾਸ ਖੋਰੇ ਸਨ। ਉਹ ਜਦੋਂ ਵੀ ਬਾਹਰੋਂ ਆਏ ਅਜਨਬੀਆਂ ਨੂੰ ਵੇਖਦੇ ਤਾਂ ਇੱਕਦਮ ਝਪਟ ਪੈਂਦੇ ਤੇ ਉਹਨਾਂ ਦਾ ਮਾਸ ਖਾ ਜਾਂਦੇ। ਜੇਲ੍ਹ ਦੇ ਵਿੱਚ ਸਾਡੇ ਤੋਂ ਕੋਲੂ ਗਰਾਉਂਡ ਤੇ ਨਾਰੀਅਲ ਦੇ ਰੇਸ਼ੇ ਤੋਂ ਰੱਸੇ ਬਟਾਉਣ ਦੀ ਸਖਤ ਮਸ਼ੱਕਤ ਕਰਵਾਈ ਜਾਂਦੀ। ਅੰਗਰੇਜ਼ ਭਾਰਤੀ ਸਿਆਸੀ ਕੈਦੀਆਂ ਦਾ ਮਨੋਬਲ ਡੇਗਣ ਤੇ ਸਾਨੂੰ ਕਦਮ ਕਦਮ ਤੇ ਜ਼ਲੀਲ ਕਰਨ ਦਾ ਮੌਕਾ ਕਦੇ ਵੀ ਹੱਥੋਂ ਨਹੀਂ ਸੀ ਜਾਣ ਦਿੰਦੇ। ਤੇ ਅਸੀਂ ਵੀ ਇਹ ਫੈਸਲਾ ਕਰ ਲਿਆ ਸੀ ਕਿ ਜੇਕਰ ਮਰਨਾ ਹੀ ਆ ਤਾਂ ਫਿਰ ਇੰਜ ਕਿਉਂ ਮਰੀਏ। ਦੇਸ਼ ਭਗਤ ਗਦਰੀਆਂ ਤੇ ਲਗਾਤਾਰ ਤਸੀਹੇ ਹੁੰਦੇ ਰਹੇ ਪਰ ਡੋਲੇ ਨਹੀਂ ਗਦਰੀ ਸੂਰਮੇ। ਸਾਡਾ ਤਨ ਗਦਰ, ਸਾਡਾ ਮਨ ਗਦਰ, ਸਾਡਾ ਤਨ ਗਦਰ। ਸ਼ਹਿਰ ਹਨੇਰੀ ਢੁੱਲਦੀ ਤੇ ਬਿਜਲੀ ਕੜਕੇ, ਵੇਲਾ ਥਰ ਥਰ ਕੰਬੀਆਂ ਜਦ ਗਦਰੀ ਗੜਕੇ। ਗਗਨ ਦਵਾਵਾਂ ਵੱਜਿਆ ਤੇ ਬਰਪੈ ਪਾਣੀ, ਸੂਹੇ ਪੁਲਸੀ ਗਿਰ ਪਏ ਵਿੱਚ ਕਾਲੇ ਪਾਣੀ। ਅਮਰ ਹੈ ਅੰਡੇਮਾਨ ਦੀ ਸੰਗਰਾਮ ਕਹਾਣੀ, ਸੂਹੇ ਪੁਲਸੀ ਗਿਰ ਪਏ ਵਿੱਚ ਕਾਲੇ ਪਾਣੀ। ਸੂਹੇ ਪੁਲਸੀ ਗਿਰ ਪਏ ਵਿੱਚ ਕਾਲੇ ਪਾਣੀ। ਉਹ ਕਿਉਂ ਜਨਾਬ ਜੀ, ਇਹ ਪਿਛਲੇ ਮਹੀਨੇ ਵਿੱਚ 28 ਦਿਨ ਹੀ ਸਨ। ਉਹ ਨਹੀਂ, ਪਰ ਤੂੰ ਕਿਉਂ ਪੁੱਛਦਾ? ਉਹ ਮੈਂ ਤਾਂ ਇਉਂ ਪੁੱਛਦਾ ਸੀ।
ਨਾ ਤਾਂ ਮਰੇ ਸਾਹਿਬ ਕਿਤੇ ਗਏ ਤੇ ਨਾ ਮਹੀਨੇ ਵਿੱਚ ਦਿਨ ਘੱਟ। ਫੇਰ ਭਰਾਵਾ ਮੇਰੇ ਇੱਕ ਗੱਲ ਸਮਝ ਨਹੀਂ ਆਉਂਦੀ ਬਈ ਆ 2 ਬੈਂਤ ਘੱਟ ਕਿਵੇਂ ਟੁੱਟੇ? ਨਹੀਂ ਤਾਂ ਮੇਜਰ ਸਾਹਿਬ ਇਹਨਾਂ ਗਦਰੀਆਂ ਤੇ 1 ਬੈਂਤ ਦਾ ਰੋਜ਼ ਦਾ ਤੋੜ ਹੀ ਦਿੰਦੇ ਨੇ। ਉਹ ਨਾਲੇ ਆਹੀ ਸਭ ਕੁਝ ਹੁੰਦਾ ਤਾਂ ਮੈਂ ਆਪਣੀਆਂ ਅੱਖਾਂ ਨਾਲ ਕਈ ਸਾਲਾਂ ਤੋਂ ਵੇਖਦਾ ਆ ਰਿਹਾ। ਓਏ ਯਾਰ, ਅੱਜ ਤਾਂ ਮੈਂ ਸੁਪਰਡੈਂਟ ਸਾਹਿਬ ਦੇ ਚਿਹਰੇ ਤੇ ਅਜੀਬ ਹੀ ਸਮਾਈਲ ਦੇਖੀ। ਉਹ ਅੱਜ ਕੀ ਗੱਲ ਹੋ ਗਈ? ਉਹ ਜਨਾਬ ਜੀ, ਉਹ ਤੁਸੀਂ ਨਵੇਂ ਆਏ ਹੋ ਤਾਂ ਹੀ ਤਾਂ ਅਜਿਹੀ ਗੱਲ ਕਰ ਰਹੇ ਹੋ। ਅੱਜ ਦਾ ਦਿਨ ਤਾਂ ਇਹਨਾਂ ਲਈ ਤਿਉਹਾਰ ਦੇ ਦਿਨ ਵਰਗਾ ਦਿਨ ਹੁੰਦਾ। ਜਿਸ ਦਿਨ ਨਵਾਂ ਕੈਦੀ ਆਉਂਦਾ ਨਾ ਜੇਲ੍ਹ 'ਚ, ਉਸ ਦਿਨ ਤਾਂ ਇਹਨੂੰ ਚਾਅ ਹੀ ਚੜ ਜਾਂਦਾ। ਬਸ ਫੇਰ ਤਾਂ ਬਿੱਲੀ ਵਾਂਗ ਟਪੂਸੀਆਂ ਲਾਉਂਦਾ ਫਿਰਦਾ। ਉਹ ਜਿਵੇਂ ਬਿੱਲੀ ਨੂੰ ਚਾਅ ਚੜਦਾ ਨਾ ਸ਼ਿਕਾਰ ਨੂੰ ਦੇਖ ਕੇ, ਉਵੇਂ ਇਹਨੂੰ ਚਾਅ ਚੜ ਜਾਂਦਾ। ਨਾਲੇ ਸ਼ਿਕਾਰ ਨੂੰ ਦੇਖ ਕੇ ਤਾਂ ਨਾ ਸਾਲੇ ਬਾਂਦਰ ਬੁੱਥੀ ਜੇ ਨੂੰ। ਓਏ ਠੀਕ ਹੈ ਨਾ? ਉਹ ਗੁੱਸਾ ਨਾ ਕਰੋ ਜਨਾਬ, ਹੈ ਤਾਂ ਇਹ ਸਾਲਾ ਬਾਂਦਰ ਬੁੱਥੀ ਵਾਲਾ ਹੀ। ਓਏ ਉਹ ਕੁਝ ਨਹੀਂ ਜਨਾਬ, ਕੁਝ ਨਹੀਂ। ਮੈਂ ਤਾਂ ਇਉਂ ਕਹਿੰਦਾ ਸੀ ਬਈ ਇਹ ਕੈਦੀ ਦੇਸ਼ ਭਗਤ ਕੈਦੀ ਆ, ਸਾਡੇ ਵਾਂਗ ਬੇਜ਼ਮੀਰੇ ਨਹੀਂ। ਦੇਸ਼ ਦੀ ਖਾਤਰ ਜਾਨਾਂ ਤਲੀ ਤੇ ਧਰੀ ਫਿਰਦੇ ਨੇ ਤੇ ਇੱਕ ਅਸੀਂ ਆ ਆਪਣੇ ਕੁਝ ਕੁ ਸਵਾਰਥਾਂ ਪਿੱਛੇ ਤੇ ਜੇਲ੍ਹ 'ਚ ਚੱਕੀਆਂ ਪੀਣ ਦੀਆਂ ਸਜ਼ਾਵਾਂ ਤੋਂ ਬਚਣ ਲਈ ਆਪਣੇ ਹੀ ਭਰਾਵਾਂ ਤੇ ਜ਼ੁਲਮ ਢਾਈ ਜਾ ਰਹੇ। ਉਹ ਚੱਲ ਚੱਲ, ਬਹੁਤਾ ਭਾਵੁਕ ਨਾ ਹੋ। ਚੱਕ ਬੈਂਤ ਤੇ ਮਾਰ ਦੇ ਕੈਦੀਆਂ ਵਾਸਤੇ। ਓ ਦੇਸੂ, ਓਏ ਮਾਰ ਦੇ ਘੰਟੀ। ਚਾਚਾ ਹੌਸਲਾ ਕਿੰਨਾ? ਹੋਰ ਚਾਚਾ, ਸੁਣਾ ਕੋਈ ਨਵੀਂ ਤਾਜੀ ਗੱਲ? ਪਤਾ ਲੱਗਿਆ ਵੀ ਪੰਜਾਬ ਤੋਂ ਹੋਰ ਵੀ ਗਦਰੀ ਬਾਬੇ ਆਏ ਨੇ ਜੇਲ੍ਹ ਵਿੱਚ। ਓਏ ਉਹਨਾਂ ਨੇ ਕੀ ਪੁੱਛਦਾ ਯਾਰ? ਓਏ ਉਹ ਤਾਂ ਨਾ ਸ਼ੇਰ ਬੱਬਰ ਸ਼ੇਰ। ਉਹ ਮੈਨੂੰ ਲੱਗਦਾ ਨਾ ਓਏ ਆਪਣੇ ਸੁਪਰਡੈਂਟ ਸਾਹਿਬ ਨੂੰ ਨਾ ਸਬਕ ਸਿਖਾਉਣਗੇ। ਹੁਣ ਤੁਸੀਂ ਵੇਖੀ ਜਾਓ ਬਸ। ਉਹ ਅੱਛਾ, ਅੱਜ ਆਉਂਦੇ ਸਾਰ ਕਰਤੀ ਕੋਈ ਉੱਚੀ ਨਹੀਂ ਪਾਲਤਾ ਵਸਤ ਜੇਲ੍ਹ ਵਾਲਿਆਂ ਨੂੰ। ਓਏ ਹੋਰ ਕੀ ਨਹੀਂ। ਓਏ ਅੱਜ ਜਦੋਂ ਪਹੁੰਚੇ ਹੀ ਸਨ ਨਾ ਗਦਰੀ ਤਾਂ ਜਨਰਲ ਬਾਰੀ ਨੇ ਲੈ ਲਿਆ ਪੰਗਾ ਮਾਸਟਰ ਚਤਰ ਸਿੰਘ ਨਾਲ। ਓਏ ਜਾਣਦਾ ਨਹੀਂ ਸੀ ਨਾ ਮਾਸਟਰ ਚਤਰ ਸਿੰਘ ਨੂੰ। ਓਏ ਉਹੀ ਹੈ ਜਿਹਨੇ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਭਾਰਤੀ ਪ੍ਰੋਫੈਸਰਾਂ ਨੂੰ ਹਟਾ ਕੇ ਅੰਗਰੇਜ਼ ਪ੍ਰਿੰਸੀਪਲ ਤੇ ਪ੍ਰੋਫੈਸਰ ਰੱਖ ਲਏ ਗਏ ਨਾ, ਤਾਂ ਇਹਨੇ ਕੀ ਚਾਚਾ? ਉਹ ਇਹਨੇ ਨਾ ਇੱਕ ਲਾਹੌਰ ਕੋਲੋਂ ਨਾ ਇੱਕ ਗੰਡਾਸਾ ਬਣਵਾਇਆ ਤੇ ਵੱਢ ਦਿੱਤਾ ਅੰਗਰੇਜ਼ ਪ੍ਰੋਫੈਸਰ। ਉਹ ਪਰੋਂ ਬਚ ਗਿਆ। ਇਹਦਾ ਨਤੀਜਾ ਆ ਹੋਇਆ ਕੋਈ ਬਾਕੀ ਦੇ ਜਿੰਨੇ ਵੀ ਅੰਗਰੇਜ਼ ਪ੍ਰੋਫੈਸਰ ਸੀ ਨਾ ਉਹ ਡਰਦੇ ਮਾਰੇ ਕਾਲਜ ਛੱਡ ਕੇ ਭੱਜ ਗਏ। ਉਹ ਤੇ ਇਹਨੂੰ ਮਿਲੀ ਅਦਾਲਤ ਤੋਂ ਕਾਲੇ ਪਾਣੀਆਂ ਦੀ ਸਜ਼ਾ। ਓਏ ਉਸੇ ਹੀ ਸਜ਼ਾ ਵਿੱਚ ਆਇਆ ਇੱਥੇ। ਅੱਛਾ ਚਾਚਾ, ਯਾਰ ਫੇਰ ਤਾਂ ਸੂਰਮਾ ਹੈ ਭਾਈ। ਚਾਚਾ ਜਰਾ ਕਿ ਕਰਾਰੀਆਂ ਨੇ ਸੁਣਾ, ਪੂਰਾ ਸੁਣ ਕੇ ਸਵਾਦ ਤਾਂ ਆਵੇ। ਅੱਛਾ, ਤਾਂ ਹੁਣ ਕਰਾਰੀਆਂ ਜੀ ਸੁਣਨੀਆਂ ਨੇ ਤਾਂ ਲਓ ਸੁਣੋ ਫਿਰ। ਅੱਜ ਨਾ ਜੇਲ੍ਹ ਵਿੱਚ ਇੱਕ ਅਜੀਬ ਜੀ ਘਟਨਾ ਵਾਪਰ ਗਈ। ਜਦੋਂ ਜੇਲਰ ਬੈਰੀ ਨੇ ਚੱਕਿਆ ਨਾ ਨੰਦਗੋਪਾਲ ਦੇ ਹੱਥ, ਤਾਂ ਨੰਦਗੋਪਾਲ ਕਹਿੰਦਾ ਓਏ ਭੂਤਨੀ ਲਿਆ। ਔਰ ਨੰਦ ਗੋਪਾਲ ਨੇ ਜੇਲਰ ਨੂੰ ਭੂਤਨੀ ਦਾ ਕਹਿਤਾ। ਫਿਰ ਕੀ ਕਹਿੰਦਾ ਜੇਲਰ? ਓਏ ਕਹਿਣਾ ਕੀ ਸੀ? ਉਹਦਾ ਬੱਕਰੀ ਦੇ ਮੇਮਣੇ ਵਾਂਗ ਮਿਆਂ ਜੀ ਕਰਨ ਲੱਗ ਪਿਆ ਨੰਦਗੋਪਾਲ ਸ਼ੇਰ ਦੇ ਸਾਹਮਣੇ। ਉਹ ਲੱਗਿਆ ਰੂਲ ਜਿਹਾ ਚੱਕੇ ਮਾਰਨ ਨੂੰ ਦੌੜਨ। ਅੱਛਾ ਚਾਚਾ, ਮਾਰਿਆ ਫਿਰ ਡੰਡਾ ਨੰਦਗੋਪਾਲ ਦੇ ਸਿਰ 'ਚ? ਓਏ ਕਾਹਨੂੰ ਯਾਰ, ਨੰਦਗੋਪਾਲ ਨੇ ਨਾ ਉੱਤੇ ਹੀ ਹੱਥ ਫੜ ਕੇ ਗਿਆ। ਓਏ ਕਦੇ ਸੱਜਾ ਹੱਥ ਨਾ ਚੱਕੀ ਮੇਰੇ ਅੱਗੇ ਬੰਦੇ ਤੇ ਭੁੱਲ ਗਏ ਵੀ ਜੇ ਕਿਤੇ ਤੋੜ ਦਿੰਦਾ ਤਾਂ ਔਖਾ ਹੋ ਜਾਇਆ ਕਰੇਗਾ। ਝੱਗਲ ਪਾਣੀ ਝਾੜ ਤੋਂ ਬਾਹਰ। ਉਹ ਬਈ ਆ ਤਾਂ ਕਮਾਲ ਕਰਤੀ ਅੱਜ। ਪਹਿਲੀ ਵਾਰੀ ਜੇਲ੍ਹ 'ਚ ਨੰਦਗੋਪਾਲ ਪੰਜਾਬੀ ਨੇ। ਓਏ ਚਲੋ ਯਾਰ, ਗੱਲਾਂ ਬਾਤਾਂ ਬਹੁਤ ਹੋ ਗਈਆਂ। ਚਲੋ ਕੋਈ ਕੰਮ ਕਰ। ਓਏ ਹਰਾਮਦਿਓ, ਅੰਗਰੇਜ਼ਾਂ ਦੇ ਜੁੱਤੀ ਚੱਟੋ। ਸ਼ਰਮ ਕਰੋ। ਆਪਣੇ ਪਿਓ ਨੂੰ ਕਹੋ ਆਪਣੇ ਪ੍ਰਾਹੁਣੇ ਦੀ ਯਾਨੀ ਮੇਰੀ ਸੇਵਾ ਕਰਿਆ ਕਰੇ। ਸੇਵਾ ਤੁਹਾਡੀ ਨਿੱਕੀ ਨਾਲ ਲੈ ਲਾ ਲਾਵਾ। ਕਦੋਂ ਮੈਨੂੰ ਪਿੱਛੇ ਦੇ ਬਾਹਰ ਹਰਾਮੀਓ। ਓਏ ਚਾਚਾ, ਇਹ ਕੌਣ ਹੈ ਬਾਬਾ ਜਿਹੜਾ ਤੇਰੇ ਤੋਂ ਲੈ ਕੇ ਮਰੇ ਸਾਲ ਤੱਕ ਸਾਰਿਆਂ ਦੀ ਮਾਂ ਭੈਣੇ ਕਰ ਲੈਂਦਾ? ਉਹ ਜਿਵੇਂ ਗਦਰੀ ਬਾਬਿਆਂ ਨੂੰ ਕੁਝ ਨਹੀਂ ਕਹਿੰਦਾ,
ਪਰ ਜੇ ਕੋਈ ਵਰਦੀ ਵਾਲਾ ਤੇਰੇ ਵਰਗਾ ਸਾਹਮਣੋਂ ਲੰਘ ਜਾਵੇ ਕਿ ਪਾਗਲਿਆ ਹੋ ਜਾਂਦਾ। ਓਏ ਇਹ ਨਾ ਬਾਬਾ ਅਮਰ ਸਿੰਘ ਆ, ਬਾਬਾ ਅਮਰ ਸਿੰਘ। ਓਏ ਇਸ ਜੇਲ੍ਹ ਦਾ ਬਾਦਸ਼ਾਹ। ਉਹ ਬਾਦਸ਼ਾਹ ਉਹ ਕਿਵੇਂ? ਓਏ ਹੋਰ ਵੀ ਨਹੀਂ, ਉਹ 2 ਘੜੀ ਤਾਂ ਇਸ ਜੇਲ੍ਹ ਦਾ ਸੁਪਰਡੈਂਟ ਵੀ ਇਹ ਤੋਂ ਪਾਸਾ ਵੱਟ ਕੇ ਲੰਘਣ ਦੀ ਕੋਸ਼ਿਸ਼ ਕਰਦਾ। ਇਸ ਬਾਬੇ ਦੇ ਦਿਮਾਗ ਦੀ ਸੂਈ ਥੋੜੀ ਜੀ ਹਿੱਲ ਗਈ ਹੈ। ਉਹ ਚਾਚਾ, ਇਸ ਬਾਬੇ ਦਾ ਦਿਮਾਗ ਦੀ ਸੂਈ ਭਲਾ ਹਿੱਲੀ ਕਿਵੇਂ? ਉਹ ਵੀ ਸੁਣ ਲਿਆ ਅੱਜ ਇਹ ਕਦੇ ਨਾ ਕਦੇ ਮੇਜਰ ਮਰੇ ਕੈਦੀਆਂ ਨੂੰ ਸਬਕ ਸਿਖਾਉਣ ਦੇ ਰੌਂਦਰ ਨਿਕਲੇ ਦਫ਼ਤਰੋਂ ਬਾਹਰ ਤਾਂ ਅੱਗੇ ਟੱਕਰ ਗਿਆ ਬਾਬਾ ਅਮਰ ਸਿੰਘ। ਉਹਦੇ ਮੇਜਰ ਮਰੇ ਨੇ ਬਾਬੇ ਨੂੰ ਮਾਂ ਦੀ ਗਾਲ ਕੱਢ ਦਿੱਤੀ। ਉਹ ਫੇਰ ਕੀ ਸੀ, ਬਾਬੇ ਨੇ ਵੀ ਗਾਲ ਦਾ ਜਵਾਬ ਗਾਲ ਕੱਢ ਕੇ ਹੀ ਦਿੱਤਾ। ਬਸ ਮੇਜਰ ਮਰੇ ਬੇਇੱਜ਼ਤੀ ਮੰਨ ਗਿਆ। ਪੂਰੇ 6 ਮਹੀਨੇ ਬਾਬੇ ਨੂੰ ਘੱਟ ਖੁਰਾਕ ਦਿੱਤੀ ਗਈ। ਸਿੱਧੀ ਕੋਠੜੀ ਵਿੱਚ ਰੱਖਿਆ ਗਿਆ। ਸਿਆਲਾਂ ਨੂੰ ਉੱਤੇ ਲੈਣ ਵਾਲਾ ਕੰਬਲ ਗਿੱਲਾ ਕਰਕੇ ਦੇਣਾ। ਉਹ ਵਾਰਡਨਾਂ ਨੇ ਨਾ ਬਾਬੇ ਦੇ ਕੁੱਟ-ਕੁੱਟ ਕੇ ਦਿਮਾਗ ਦੀ ਤਾਰ ਹੀ ਹਿਲਾ ਦਿੱਤੀ। ਹੁਣ ਜਦੋਂ ਕਿਸੇ ਵੀ ਵਾਦੀਧਾਰੀ ਨੂੰ ਦੇਖਦਾ ਨਾ ਇਹਨਾਂ ਨੂੰ ਤਾਂ ਆਵਾਜ਼ਾਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ। ਉਹ ਪਰ ਗਦਰੀਆਂ ਨਾਲ ਅੱਜ ਵੀ ਇਹਦੀ ਉਹੀ ਸਾਂਝ ਹੈ। ਉਹ ਪੂਰਾ ਦ੍ਰਿੜ ਨਿਸ਼ਚੇ ਵਾਲਾ ਬਾਬਾ ਅਮਰ ਸਿੰਘ। ਇਹ ਬਾਬੇ ਬੜੇ ਕਿਹੜੀ ਮਿੱਟੀ ਦੇ ਵੀ ਜੇ ਕਦੇ ਡੋਲਦੇ ਨਹੀਂ। ਓਏ ਜਿਹੜੀ ਕੱਟਿਆ ਭਰਦੀ ਨਹੀਂ, ਜਿਹੜੀ ਝੁਕਾਇਆ ਝੁਕਦੀ ਨਹੀਂ, ਉਸ ਮਿੱਟੀ ਦੇ ਬਣੇ ਬਾਬੇ ਇਹ। ਸੱਚੀ ਗੱਲ ਹੈ ਬਈ, ਇਹੋ ਜਿਹੇ ਅਣਖੀ ਸੂਰਮੇ ਮਾਵਾਂ ਨਿਤ ਨਹੀਂ ਜੰਮਦੀਆਂ। ਉਹ ਚਲੋ ਯਾਰ, ਹੁਣ ਇੱਥੇ ਗੱਲਾਂ ਹੀ ਮਾਰਨੀਆਂ ਕਿ ਤੁਸੀਂ ਨਹਾਉਣਾ ਧੋਣਾ ਵੀ ਆ। ਚਲੋ ਭੱਜੋ, ਹੁਣ ਮਸਤੀ ਹੋ ਗਈ। ਕੈਦੀਆਂ ਦੀ ਜੇਲ੍ਹ ਹੈ। ਇਹਦੇ ਵਿੱਚ 15,000 ਕੈਦੀ ਮੌਜੂਦ ਨੇ। ਜੇਲ੍ਹ ਦੇ ਵਿੱਚ ਤੰਗੀਆਂ ਕੁਰਸੀਆਂ ਮੁਸ਼ਕਲਾਂ ਮੁਸੀਬਤਾਂ ਤਾਂ ਬਹੁਤ ਆਉਣਗੀਆਂ, ਪਰ ਸਾਥੀਓ ਸੋਚਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੰਨੀ ਲੰਮੀ ਜੇਲ੍ਹ ਮੁਸ਼ਕਲਾਂ ਤੇ ਤਸੀਹੇ ਕਿਤੇ ਸਾਡੇ ਸਾਥੀਆਂ ਦੀ ਗਦਰੀ ਇਨਕਲਾਬੀ ਸਪਿਰਿਟ ਨੂੰ ਕਮਜ਼ੋਰ ਨਾ ਕਰ ਦੇਵੇ। ਆਪਾਂ ਜੇਲ੍ਹ ਦੇ ਵਿੱਚ ਕਿਹੜੇ ਸੁਧਾਰ ਚਾਹੁੰਦੇ ਹੋ, ਇਹਦੇ ਲਈ ਕਿਹੜੇ ਐਕਸ਼ਨ ਕਰਨੇ ਆ, ਇਹਨਾਂ ਸਾਰੇ ਸਵਾਲਾਂ ਬਾਰੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਨਾ ਹੈ। ਮੈਂ ਸਭ ਤੋਂ ਪਹਿਲਾਂ ਬਾਬਾ ਗੁਰਮੁਖ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਗੁਰਮੁਖ ਸਿੰਘ ਜੀ ਲਲ ਤੋਂ ਇਹ ਆਪਣੇ ਵਿਚਾਰ ਸਭ ਤੋਂ ਪਹਿਲਾਂ ਪੇਸ਼ ਕਰਨ। ਸਾਥੀਓ, ਜਿਵੇਂ ਅਸੀਂ ਜਾਣਦੇ ਹਾਂ, ਇਨਕਲਾਬੀਆਂ ਦਾ ਕੰਮ ਜੇਲ੍ਹ ਦੇ ਅੰਦਰ ਹੋਵੇ ਜਾਂ ਜੇਲ੍ਹ ਤੋਂ ਬਾਹਰ, ਇਹ ਲਗਾਤਾਰ ਜਾਰੀ ਰਹਿਣਾ ਚਾਹੀਦਾ। ਠੀਕ ਹੈ। ਇਸ ਕਰਕੇ ਅਸੀਂ ਇਸ ਗੱਲ ਤੇ ਵਿਚਾਰ ਕਰਨੀ ਹੈ ਕਿ ਜੇਲ੍ਹ ਦੇ ਅੰਦਰ ਰਹਿੰਦੇ ਹੋਏ ਅਸੀਂ ਮਸ਼ੱਕਤ ਕਰਨੀ ਹੈ ਕਿ ਨਹੀਂ ਕਰਨੀ। ਇਸ ਵਾਸਤੇ ਭਾਈ ਮਾਸਟਰ ਚਤਰ ਸਿੰਘ ਜੀ, ਤੁਸੀਂ ਆਪਣੇ ਵਿਚਾਰ ਦੱਸੋ। ਮਿੱਤਰੋ, ਬਈ ਮੇਰੇ ਵਿਚਾਰ ਮੁਤਾਬਕ ਤਾਂ ਸਾਨੂੰ ਜੇਲ੍ਹ ਵਿੱਚ ਵਿੱਤ ਅਨੁਸਾਰ ਕੰਮ ਕਰਨਾ ਹੀ ਚਾਹੀਦਾ। ਠੀਕ ਹੈ। ਬਿਲਕੁਲ ਠੀਕ ਹੈ। ਪਰ ਹਾਂ, ਜੇ ਜੇਲ੍ਹ ਅਧਿਕਾਰੀਆਂ ਦਾ ਵਤੀਰਾ ਕਾਨੂੰਨ ਤੇ ਇਨਸਾਨੀ ਦਾ ਹੱਦਾਂ ਟੱਪ ਜਾਂਦਾ ਤਾਂ ਇਸ ਨੂੰ ਇੱਕ ਹੱਦ ਤੱਕ ਹੀ ਬਰਦਾਸ਼ਤ ਕਰੀਏ ਆਪਾਂ। ਹਾਂ, ਇਹ ਗੱਲ ਬਿਲਕੁਲ ਠੀਕ ਹੈ। ਇੱਕ ਗੱਲ ਹੋਰ ਸੁਣ ਲਓ ਬਈ, ਜੇ ਜੇਲ੍ਹ ਅਧਿਕਾਰੀਆਂ ਦਾ ਵਤੀਰਾ ਕਾਨੂੰਨ ਤੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਟੱਪ ਜਾਂਦਾ ਤਾਂ ਅਜਿਹੀ ਹਾਲਤ ਵਿੱਚ ਜਿਹਦੇ ਸਿਰ ਤੇ ਆ ਗੱਲ ਪਵੇ ਉਹ ਆਪਣੀ ਇੱਜ਼ਤ ਬਚਾਉਣ ਲਈ ਜੋ ਕਰ ਸਕਦਾ ਕਰੇ। ਤੇ ਆਪਾਂ ਸਾਰੇ ਸਾਥੀ ਉਸ ਨਾਲ ਹਮਦਰਦੀ ਕਰਦੇ ਆਂ, ਆਪਣਾ ਫਰਜ਼ ਪਛਾਣਦੇ ਆਂ, ਉਹਦੀ ਮਦਦ ਕਰੀਏ। ਬਿਲਕੁਲ ਠੀਕ ਹੈ। ਸਾਥੀਓ, ਮੇਰੇ ਮਨ ਵਿੱਚ ਇੱਕ ਹੋਰ ਸਵਾਲ ਆ ਰਿਹਾ ਹੈ ਕਿ ਜੇਕਰ ਸਾਡੇ ਸਾਹਮਣੇ ਇਖਲਾਕੀ ਕੈਦੀਆਂ ਦੇ ਨਾਲ ਅਣਮੁਖੀ ਸਲੂਕ ਕੀਤਾ ਜਾਵੇ ਤਾਂ ਸਾਡੇ ਵੱਲੋਂ ਕੀ ਕਰਨਾ ਚਾਹੀਦਾ ਹੈ? ਸਾਥੀਓ, ਜਿੱਥੇ ਤੱਕ ਮੇਰਾ ਖਿਆਲ ਹੈ ਕਿ ਜੇਕਰ ਕੈਦੀ ਆਪਣੀ ਥਾਂ ਤੇ ਠੀਕ ਹੋਵੇ ਤਾਂ ਜਿੱਥੋਂ ਤੱਕ ਹੋ ਸਕੇ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਆਮ ਕੈਦੀਆਂ ਲਈ ਖੜੇ ਹੋਣਾ ਵੀ ਸਾਡਾ ਫਰਜ਼ ਹੈ। ਇਹ ਗੱਲ ਹੋਰ ਸਾਥੀਓ, ਜੇਲ੍ਹ ਦੇ ਵਿੱਚ ਸਾਰੇ ਸਿਆਸੀ ਕੈਦੀਆਂ ਲਈ ਇੱਕੋ ਹੀ ਕਲਾਸ ਹੋਣੀ ਚਾਹੀਦੀ ਆ। ਇਹਦੇ ਲਈ ਵੀ ਆਪਾਂ ਨੂੰ ਸੰਘਰਸ਼ ਕਰਨਾ ਪੈਣਾ ਹੈ। ਜੇਲ੍ਹ ਦੇ ਵਿੱਚ ਅੰਗਰੇਜ਼ ਭਗਤ ਕੈਦੀਆਂ ਲਈ ਸਹੂਲਤਾਂ ਤੇ ਸਾਡੇ ਸਿਆਸੀ ਕੈਦੀਆਂ ਲਈ ਧੱਕੇ, ਇਹ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਹਾਂ ਸਾਥੀਓ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ। ਜੇਲ੍ਹ ਦੇ ਅੰਦਰ ਬਾਹਰੋਂ ਕੋਈ ਚੀਜ਼ ਚੋਰੀ ਮੰਗਵਾ ਕੇ ਬਿਲਕੁਲ ਨਾ ਖਾਧੀ ਜਾਵੇ। ਇਸ ਨਾਲ ਕੌਮ ਅਤੇ ਪਾਰਟੀ ਦੇ ਨਾਮ ਤੇ ਅਖਲਾਕ ਤੇ ਧੱਬਾ ਲੱਗਦਾ। ਬਿਲਕੁਲ ਠੀਕ ਹੈ ਸਾਥੀਓ। ਤੇ ਫਿਰ ਨਤੀਜਾ ਇਹ ਨਿਕਲਦਾ ਹੈ ਕਿ ਜੇਲ੍ਹ ਦੇ ਵਿੱਚ ਤੰਗੀਆਂ ਕੁਰਸੀਆਂ ਮੁਸ਼ਕਲਾਂ ਤਾਂ ਬਹੁਤ ਆਉਣਗੀਆਂ, ਪਰ ਉਹਨਾਂ ਦਾ ਮੁਕਾਬਲਾ ਸ਼ੇਰਾਂ ਵਾਂਗ ਕੀਤਾ ਜਾਵੇ। ਉੱਠੋ ਸ਼ੇਰ ਮਰਦੋ, ਵੇਲਾ ਸੌਣ ਦਾ ਨਹੀਂ, ਜਾ ਕੇ ਵੇਖਦੇ ਕੁੱਲ ਜਹਾਨ ਕਿਉਂ ਨਹੀਂ। ਬਾਂਦਰ ਬਾਟ ਕਰਦਾ ਸਾਨੂੰ ਨਾਲ ਸਾਡੇ, ਬੇਈਮਾਨ ਦੀ ਕਰਦੇ ਜਾਨ ਕਿਉਂ ਨਹੀਂ।
ਬਾਬਾ ਜੀ ਜੇਲ੍ਹ ਦੀਆਂ ਵਰਦੀਆਂ ਤੇ ਟੋਪੀਆਂ ਆਪਣੇ ਕੱਪੜੇ ਲਾ ਦਿਓ ਅਤੇ ਜੇਲ੍ਹ ਵਾਲੀਆਂ ਵਰਦੀਆਂ ਪਾ ਲਵੋ। ਇਸ ਜੇਲ੍ਹ ਵਿੱਚ ਤੁਸੀਂ ਪੱਗਾਂ, ਕਛਹਿਰੇ ਅਤੇ ਜਨੇਊ ਵਗੈਰਾ ਨਹੀਂ ਪਾ ਸਕਦੇ। ਇਸ ਜੇਲ੍ਹ ਦਾ ਇਹੀ ਦਸਤੂਰ ਹੈ। ਓਏ ਅਸੀਂ ਨਹੀਂ ਮੰਨਦੇ ਦਸਤੂਰ ਨੂੰ, ਇਹ ਸਾਡੀ ਅਣਖ ਨੂੰ ਵੰਗਾਰ ਹੈ। ਪੱਗਾਂ ਤਾਂ ਅਸੀਂ ਹਰਗਜ਼ ਨਹੀਂ ਲਾਵਾਂਗੇ, ਨਹੀਂ ਤਾਂ ਅਸੀਂ ਹੜਤਾਲ ਕਰਾਂਗੇ। ਦੇਖ ਲਓ ਬਾਬਾ ਜੀ, ਇਸ ਗੱਲ ਦਾ ਮੇਜਰ ਸਾਹਿਬ ਨੂੰ ਪਤਾ ਲੱਗਿਆ ਨਾ ਤਾਂ ਬੜੀ ਮੁਸ਼ਕਲ ਹੋ ਜਾਵੇਗੀ। ਅੱਛਾ, ਨਾਲੇ ਬਾਬਾ ਜੀ ਮੇਜਰ ਸਾਹਿਬ ਦੀਆਂ ਬੈਂਤਾਂ ਖਾਣ ਨਾਲੋਂ ਤਾਂ ਕੈਦੀ ਆਤਮ ਹੱਤਿਆ ਕਰਨੀ ਚੰਗੀ ਸਮਝਦੇ ਨੇ। ਓਏ ਜਦੋਂ ਮੇਜਰ ਸਾਹਿਬ ਬੈਂਤਾਂ ਲਾਉਂਦੇ ਨੇ ਨਾ ਤਾਂ ਕੈਦੀ 2 ਦਿਨ ਚ ਦਮ ਤੋੜ ਜਾਂਦਾ। ਇਸ ਲਈ ਮੈਂ ਕਹੂੰਗਾ ਇਹ ਹੜਤਾਲ ਹੜਤੂਲ ਵਾਲੇ ਚੱਕਰਾਂ 'ਚ ਨਾ ਹੀ ਪਾਉਂਦਾ ਚੰਗਾ। ਓਏ ਛੋਟੇ ਸਾਹਿਬ, ਜਾ ਕੇ ਕਹਿ ਆਪਣੇ ਮਰੇ ਸਾਹਿਬ ਨੂੰ ਕਿ ਪੱਗਾਂ ਸੀ ਹਰਗਿਜ਼ ਨਹੀਂ ਲਾਵਾਂਗੇ। ਇੱਕ ਗੱਲ ਹੋਰ ਆਖ ਦੇਵੀਂ ਕਿ ਇੱਕ ਇਨਕਲਾਬੀ ਦਾ ਕੰਮ ਹਮੇਸ਼ਾ ਜ਼ੁਲਮ ਨਾਲ ਟੱਕਰ ਲੈਣਾ ਹੁੰਦਾ ਹੈ। और जुल्म भावे जेल तो बाहर होवे ते भावे जेल अंदर भी असी पूरी अणख ते सिदक नाल जिवांगे। तेरे साहब दी मिलकड़ियां कट के नहीं, जेल अंदर भी अपनी इज्जत ते अणख दी खातर तेरे साहब दी दहशत दी दीवार ढाउणी पवेगी। जेल अंदर भी सानू एक होर कदर करना पवेगा। जेल में की तूफान खड़ा होया पिया, तरह तरह के हंगामे हो रहे हैं। इंतजार करिया जिवें कैदी जेल जेल ही ना समझ रहे हो, सगों मेला खेला समझ रहे हो। सर ਜਦੋਂ ਦੇ ਗਦਰੀ ਬਾਬੇ ਜੇਲ੍ਹ ਚ ਆਏ ਨੇ ਸਾਰਾ ਕੰਮ ਹੀ ਇਹਨਾਂ ਨੇ ਖਰਾਬ ਕੀਤਾ ਹੋਇਆ। ਸਾਰੀ ਮੁਸੀਬਤ ਦੀ ਜੜ ਹੀ ਇਹ ਨੇ। ਸਾਰੀ ਜੇਲ੍ਹ ਵਿੱਚ ਇਹਨਾਂ ਨੇ ਤੂਫਾਨ ਖੜਾ ਕੀਤਾ ਹੋਇਆ। ਹੁਣ ਤਾਂ ਸਰ ਇਹਨਾਂ ਨੇ ਜੇਲ੍ਹ 'ਚ ਹੜਤਾਲ ਕਰਵਾ ਰੱਖੀ ਹੈ। मिस्टर बेरी, एक दो लीटर कैदियों को लियाओ, टेक तकीजा चढ़ा के बांध लगाओ, चमड़ी तार दा सारे दी मार मार के हाथ पे सारा कुछ ठीक हो जाएगा। भाई दा बेरों दी मांग की है। सर गदरिया ने मांग रखी है कि ਇਹਨਾਂ ਨੂੰ ਟੋਪੀਆਂ ਦੀ ਬਜਾਏ ਪੱਗਾਂ ਹੀ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ। ਕਛਹਿਰਾ ਤੇ ਜਨੇਊ ਵੀ ਆਪਣੇ ਆਪਣੇ ਧਰਮ ਮੁਤਾਬਕ ਪਹਿਨਣ ਦੀ ਇਜਾਜ਼ਤ ਮੰਗੀ ਹੈ। मिस्टर बेरी, ਇਹਨਾਂ ਕੈਦੀਆਂ ਨਾਲ ਪੂਰੀ ਸਖਤੀ ਨਾਲ ਨਿਪਟਿਆ ਜਾਵੇ। ਇਹਨਾਂ ਨੂੰ ਦਿੱਤੀ ਇੱਕ ਪਲ ਦੀ ਬੇਲ ਸਾਡੇ ਲਈ ਮੁਸ਼ਕਲ ਖੜੀ ਹੋਵੇਗੀ। ਹਾਂ ਮਿਸਟਰ ਬੇਰੀ, और जेकर ਇਹਨਾਂ ਦੀ ਹੜਤਾਲ ਲੰਬੀ ਹੁੰਦੀ ਦਿਸੇ ਤਾਂ ਇਹਨਾਂ ਦੀ ਪੱਗਾਂ ਬੰਨ੍ਹਣ ਦੀ ਮੰਨ ਲਈ ਜਾਵੇ, ਪਰ ਜਨੇਊ ਤੇ ਕਛਹਿਰਾ ਪੂਰ ਦੀ ਮੰਗ ਬਿਲਕੁਲ ਨਾ ਮੰਨੀ ਜਾਵੇ, ਕਿਉਂਕਿ ਆਪਾਂ ਇਹਨਾਂ ਨੂੰ ਵੱਜਣ ਦੀ ਨੀਤੀ ਨਾਲ ਚੱਲਾਂਗੇ ਤੇ ਜਦੋਂ ਇਹ ਆਪਸ ਵਿੱਚ ਵੰਡੇਗਾ ਤੇ ਆਪਾਂ ਟਿਕਾਣੇ ਸੇ ਬਾਹਰ ਕਰਾਂਗੇ। ਹਾਂ ਮਿਸਟਰ ਬੇਰੀ, ਇਹਨਾਂ ਨੂੰ ਦਿੱਤੀ ਇੱਕ ਪਲ ਦੀ ਬੇਲ ਸਾਡੇ ਲਈ ਸਰਦਰਦੀ ਦਾ ਕਾਰਨ ਬਣੇਗੀ। ਸਰ ਇਹ ਕੈਦੀ ਤਾਂ ਆਪ ਤੋਂ ਇਸ ਤਰ੍ਹਾਂ ਡਰਦੇ ਨੇ ਉਹ ਜਿਵੇਂ ਤਾਂ ਬੱਕਰੀ ਵੀ ਸ਼ੇਰ ਤੋਂ ਨਹੀਂ ਡਰਦੀ ਹੋਣੀ। ਸਰ ਤੁਸੀਂ ਚਿੰਤਾ ਨਾ ਕਰੋ, ਇਹਨਾਂ ਗਦਰੀਆਂ ਨੂੰ ਤਾਂ ਅਸੀਂ ਜਲਦੀ ਸੂਤ ਕਰ ਲਵਾਂਗੇ। ਓਏ ਟੈਂਡਰ, ਕੈਦੀ ਮਾਰ ਤੇ ਸਾਰੇ ਦੇ ਸਾਰੇ ਕੈਦੀਆਂ ਨੂੰ ਇੱਥੇ ਗਰਾਊਂਡ ਵਿੱਚ ਇਕੱਠਿਆ ਕਰ। ਮੈਂ ਅੱਜ ਇਹਨਾਂ ਨਾਲ ਗੱਲ ਕਰਾਂਗਾ। ਦੇਵੇ ਘੰਟੀ जेल में मेरा राज है ते मेरे बहादुर तेरों में
किथे रब भी दखल नहीं दे सकिया। मैं ऐसे 20 साल तो हां ते कदे रब ने भी मेरे कारा में दखल अंदाजी नहीं की। जे किसी ने जेल में खलल पाने की कोशिश की, जे किसी ने जेल का निजम तोड़ने की कोशिश की, ते मैं उसनूं बख्शांगा नहीं। मित्र प्यारे नूं साडा हाल मुरीदां दा कहना, मित्र प्यारे नूं। बकवास बंद कर। ओए चुप कराओ, इसनूं मंत्र जाप जहाद कर दो। ओए चुप कर। एक गल होर, जेल के कायदे कानून मुताबक हर कैदी लिए जरूरी है कि वह 30 पौंड तेल कढ़े या फिर नारियल के रेशे चो रस्से तैयार करेगा। तो बाबा जो कुछ हो चुकिया सो हो चुकिया, उसनूं हुण भुल जाओ। इत्थे ठीक तरह रहना ते ठीक तरह चलना होवेगा। एक गल होर याद रखो कि हुण तुसीं हिंदुस्तान नहीं अंडमान विचों, ते दुनिया ते एक रब है जो आसमान विच रहिंदा है, पर अंडमान विच 2 रब ने। ऊपर वाला रब उस वेले सजा देवेगा जदों तुसीं उस कोल जाओगे, पर अंडमान दा रब तुहानूं उस वेले सजा देवेगा। सो इत्थे ठीक तरह रहना ते ठीक तरह चलना होवेगा। हाँ मिस्टर बेरी, पंजाब तो मैं कैदियों नूं काम समझा देते जाओ। यस सर। और साडियां पग्गां हाँ पंजाब तो आई कैदियों की मंग सी मानते। मिस्टर बेरी, इन्हां नूं पग्गां दे दित्तियां जाओ। यस सर। पर कल तो सारे कैदी कम ते लगे दसने चाहिए ने। साडा एका जिंदाबाद, साडा कदर जिंदाबाद, साडा एका जिंदाबाद, साडा कदर जिंदाबाद, साडा एका जिंदाबाद, साडा कदर जिंदाबाद। बाबा जी उल्लास करदा तोनू गिरदा गिरदा डिग पिया, ਉਹਨੂੰ ਟੈਂਡਰ ਚੁੱਕ ਕੇ ਲੈ ਗਏ ਨੇ। अरे कुछ दिन पहला हिंदू भूषण ने जुल्म तो तंग आके आत्म हत्या कर ली है। साथियों, अपने आप को कौन नालों चंगा कि सानू मुशक्कत करन तो साफ इनकार कर देना चाहिए। सानू सजावां तो मिल पर सहन कीतियां जा सकण वालियां, वरना सानू ये काम फौरन बंद कर देना चाहिए। ठीक है साथियों, ਅਸੀਂ